ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜ ਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 27 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ। ਮੋਹਨ ਚੀਮਾ 5599052575, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਫੋਨ ਨੰਬਰ ਹੈ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ। ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਫੋਨ ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪੂਰੇ ਜਿਹੜੇ ਅਮਰੀਕਾ ਦੇ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਆ, ਚਾਹੇ ਉਹ TV ਸਟੇਸ਼ਨਸ ਆ, ਚਾਹੇ ਉਹ ਨਿਊਯਾਰਕ ਟਾਈਮ ਆ, ਵਾਸ਼ਿੰਗਟਨ ਪੋਸਟ ਆ, ਉਹਨਾਂ ਦੇ ਫਰੰਟ ਪੇਜ ਦੇ ਉੱਤੇ ਫਰੰਟ ਲਾਈਨਸ ਇਹੀ ਆ ਵੀ ਇੰਡੀਆ ਦੇ ਵਿੱਚ ਕੈਟਾਸਟ੍ਰੋਫੀ ਹੈਗੀ ਆ, ਇਲਨੈਸ ਇਜ਼ ਐਵਰੀਵੇਅਰ। ਇਹ ਨਿਊਯਾਰਕ ਟਾਈਮ ਦੀ ਆ। BBC ਕਹਿੰਦੇ ਆ ਵੀ ਇੰਡੀਆ ਕੋਵਿਡ, ਦਿੱਲੀ ਵੇਲਜ਼ ਮੇਕ ਸ਼ਿਫਟ ਫਿਊਨਰਲ ਪਾਇਰਸ ਐਜ਼ ਡੈਥ ਕਲਾਈਮ। ਵੀ ਸਿਰਫ ਉਹਨਾਂ ਨੇ ਸ਼ਮਸ਼ਾਨ ਘਾਟਾਂ ਹੀ ਬਣਾਈਆਂ ਹੈਗੀਆਂ ਆ। ਤੇ CNN ਨੇ ਕਿਹਾ ਵੀ ਕੋਵਿਡ ਸਵੀਪਸ ਇੰਡੀਆ, ਐਕਸਪਰਟ ਸੇਜ਼ ਕੇਸਿਸ ਐਂਡ ਡੈਥਸ ਆਰ ਗੋਇੰਗ ਅਨਰਿਪੋਰਟਡ। ਲੋਕਲ ਰਿਐਕਸ਼ਨ ਵੀ ਬਹੁਤ ਆ ਰਹੇ ਆ। CNN ਦੇ ਮੁਤਾਬਕ ਕਹਿੰਦੇ ਪਈ ਇੰਡੀਆ ਦੇ ਵਿੱਚ ਜਿਹੜੀ ਮੌਤਾਂ ਦੀ ਗਿਣਤੀ ਆ ਉਹ 1 ਮਿਲੀਅਨ ਤੱਕ ਹੋ ਸਕਦੀ, ਆਲਰੇਡੀ ਹੋ ਗਈ ਆ ਤੇ ਆਉਣ ਵਾਲੇ ਮਹੀਨਿਆਂ 'ਚ 3 ਮਿਲੀਅਨ ਤੱਕ ਇਹ ਜਾ ਸਕਦੀ ਆ। ਕਹਿੰਦੇ ਪਈ 500 ਮਿਲੀਅਨ ਲੋਕ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਆ। ਇਹ ਸਾਰਾ ਕੁਛ ਜਿਹੜਾ ਆ ਉੱਥੇ ਦਾ ਮੀਡੀਆ ਨੇ ਬਲੈਕ ਆਊਟ ਕਰਤਾ, ਰਿਪੋਰਟ ਨਹੀਂ ਕਰ ਰਹੇ ਹੈਗੇ। US ਦੇ ਸੈਕਟਰੀ ਆਫ ਸਟੇਟ ਜਿਹੜੇ ਐਂਟਨੀ ਬਲਿੰਕਨਸ ਆ, ਉਹਨਾਂ ਨੇ ਇਹ ਕਿਹਾ ਵੀ ਮੇਰਾ ਜਿਹੜਾ ਹਾਰਟ ਆ, ਆਪਾਂ ਇੰਡੀਅਨ ਲੋਕਾਂ ਦੇ ਨਾਲ ਆ, ਉਹਨਾਂ ਦਾ ਸਾਥ ਦੇਵਾਂਗੇ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੇ ਵੀ ਇਹ ਕਿਹਾ ਵੀ ਮੇਰੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਗੱਲਬਾਤ ਹੋਈ ਹੈਗੀ ਆ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕੀਤਾ ਆ ਵੀ US ਇੰਡੀਆ ਦੀ ਸਪੋਰਟ ਕਰਨ ਜਾ ਰਿਹਾ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਕਿਹਾ ਵੀ ਅੱਜ ਮੇਰੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੂੰ ਵਾਅਦਾ ਕੀਤਾ ਵੀ ਅਸੀਂ ਐਮਰਜੈਂਸੀ ਅਸਿਸਟੈਂਸ ਉਹਨਾਂ ਨੂੰ ਭੇਜਣ ਦੇ ਰਹੇ ਆ ਤਾਂ ਕਿ ਉਹ ਕਰੋਨਾ ਨੂੰ ਫਾਈਟ ਕਰ ਸਕਣ। ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਡ ਰੇਜ਼ਿੰਗ ਹੋ ਰਹੇ ਆ, ਵੱਖ-ਵੱਖ ਮੁਲਕ ਆਕਸੀਜਨ ਭੇਜ ਰਹੇ ਆ, ਪਰ ਇਹ ਵੀ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇੱਕ ਪਾਣੀ ਦੇ ਤੁਪਕੇ ਬਰਾਬਰੀ ਆ ਜੋ ਸਿਚੁਏਸ਼ਨ ਇਸ ਟਾਈਮ ਇੰਡੀਆ ਦੀ ਬਣੀ ਹੋਈ ਆ। ਜੀ ਵਾਸ਼ਿੰਗਟਨ ਪੋਸਟ ਲਿਖਦੀ ਆ ਵੀ ਉੱਥੇ ਦਾ ਹੈਲਥ ਸਿਸਟਮ ਪੂਰੀ ਤਰ੍ਹਾਂ ਜਿਹੜਾ ਉਹ ਕਰਸ਼ ਹੋ ਚੁੱਕਾ ਹੈ, ਤਹਿਸ ਨਹਿਸ ਹੋ ਗਿਆ ਆ। ਪੇਸ਼ੈਂਟਸ ਆਪੋ ਆਪ ਤੇ ਆ, ਦੇ ਆਰ ਔਨ ਦੇਅਰ ਓਨ। ਐਂਬੂਲੈਂਸ, ਹੌਸਪੀਟਲ ਬੈੱਡ, ਆਕਸੀਜਨ, ਮੈਡੀਸਨਸ, ਇੱਥੋਂ ਤੱਕ ਕਿ ਸ਼ਮਸ਼ਾਨ ਘਾਟ ਦੇ ਵਿੱਚ ਥਾਂ ਵੀ ਨਹੀਂ ਮਿਲ ਰਹੀ ਲੋਕਾਂ ਨੂੰ ਜਿਹੜਾ ਆ ਉਹ ਅੰਤਿਮ ਸੰਸਕਾਰ ਕਰਨ ਦੇ ਲਈ। ਸੋ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਜਿਹੜੇ ਆ ਉੱਥੇ ਬਣ ਚੁੱਕੇ ਹੋਏ ਆ। ਇਹ ਬਹੁਤੇ ਵੱਡੇ ਸ਼ਹਿਰਾਂ ਦੇ ਵਿੱਚ ਇੱਦਾਂ ਦੇ ਹਾਲਾਤ ਹੋਰ ਵੀ ਜ਼ਿਆਦਾ ਭੈੜੇ ਨੇ। ਉੱਧਰ ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਇਸ ਦੇ ਨਾਲ ਨਾਲ ਟਰੈਵਲ ਵੀ ਕਰ ਰਹੇ ਨੇ
ਜਿਹੜੇ ਅਮਰੀਕਾ ਨੂੰ ਅਜੇ ਵੀ ਆ ਰਹੇ। ਅਮਰੀਕਾ ਨੇ ਅਜੇ ਕੋਈ ਬੈਨ ਨਹੀਂ ਲਾਇਆ ਟਰੈਵਲ ਦੇ ਉੱਤੇ, ਪਰ ਉਹਨਾਂ ਨੇ ਇੱਕੋ ਹੀ ਆਈ ਥਿੰਕ ਮਨਜ਼ੂਰਸ਼ੁਦਾ ਜਿਹੜੀ ਆ ਲੈਬ ਆ ਉਸ ਦੇ ਰਿਜ਼ਲਟ ਦੇ ਉੱਤੇ ਜਿਹੜਾ ਉਹਨਾਂ ਨੇ ਮੋਹਰ ਲਾਈ ਆ ਵੀ ਸਿਰਫ ਅਸੀਂ ਇਹਨਾਂ ਦੇ ਹੀ ਰਿਜ਼ਲਟ ਜਿਹੜੇ ਉਹ ਮੰਨਾਂਗੇ, ਕਿਉਂਕਿ ਇਸ ਤੋਂ ਪਹਿਲਾਂ ਵੀ ਹੋਰ ਮੁਲਕਾਂ ਦੇ ਵਿੱਚ ਵੀ ਜਿਹੜੇ ਭਾਰਤੀ ਕਈ ਗਏ ਸੀਗੇ ਵਾਪਸ ਫਲਾਈ ਕਰਕੇ, ਉਹਨਾਂ ਦੀਆਂ ਰਿਪੋਰਟਸ ਜਿਹੜੀਆਂ ਉਹ ਬੇਸਿਕਲੀ ਉਹਨਾਂ ਨੇ ਨਕਲੀ ਜਾਲੀ ਬਣਾ ਕੇ ਜਿਹੜੀਆਂ ਉਹਦੇ ਉੱਤੇ ਚੜ੍ਹ ਗਏ ਸੀਗੇ। ਸੋ ਉਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਹੋਰ ਵੀ ਦਿੱਕਤ ਦੇ ਵਿੱਚ ਉੱਥੇ ਪੈ ਰਹੇ ਨੇ। ਆਲਰੇਡੀ ਦਿੱਲੀ ਦਾ ਜਿਹੜਾ ਸਾਹ ਆ ਉਹ ਇਸ ਚੀਜ਼ ਦੇ ਕਰਕੇ ਨਿਕਲਿਆ ਪਿਆ ਆ, ਅਤੇ ਇਹ ਵੀ ਜਿਹੜੀ ਇੱਕ ਨਵੀਆਂ ਮੁਸ਼ਕਿਲਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਜਿਹੜੀਆਂ ਉਹ ਪੇਸ਼ ਹੋ ਰਹੀਆਂ। ਸੋ ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਆ। ਆਪਾਂ ਪਹਿਲੋਂ ਵੀ ਦੱਸਦੇ ਆ ਰਹੇ ਹਾਂ ਬਹੁਤ ਸਾਰੇ ਲੋਕ ਜਿਹੜੇ ਆਉਣ ਦੇ ਲਈ ਕਾਲੇ ਵੀ ਜਿਹੜੇ ਉਹ ਹੋਣਗੇ, ਪਰ ਸਥਿਤੀ ਹੁਣ ਕਿਹਾ ਨਹੀਂ ਜਾ ਸਕਦਾ ਵੀ ਕਿਹਨੂੰ ਮੌਕਾ ਮਿਲੂਗਾ ਕਿਹਨੂੰ ਨਹੀਂ ਜੀ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਇੱਕ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜੇ ਤੁਹਾਡੇ ਕੋਈ ਦੋਸਤ ਰਿਸ਼ਤੇਦਾਰ ਮਿੱਤਰ ਇੰਡੀਆ ਤੋਂ ਆ ਰਹੇ ਆ ਨਾ, ਪਲੀਜ਼ ਉਹਨਾਂ ਨੂੰ 14 ਦਿਨ ਲਈ ਕੁਆਰੰਟੀਨ ਰੱਖੋ, ਉਹਨਾਂ ਨੂੰ ਕੋਈ ਮਿਲੋ ਨਾ। ਅੱਜ ਇੱਕ ਭੈਣ ਜੀ ਦਾ ਫੋਨ ਆਇਆ ਸੀ ਵੀ ਸਾਡੇ ਰਿਸ਼ਤੇਦਾਰ ਆਏ ਆ, 13 ਦਿਨ ਹੀ ਆਇਆਂ ਨੂੰ ਹੋਇਆ, ਅਤੇ ਉਹ ਹਸਪਤਾਲ 'ਚ ਸੀਰੀਅਸਲੀ ਐਡਮਿਟ ਹੈਗੇ ਆ, ਵਿਜ਼ਟਰ ਵੀਜ਼ੇ 'ਤੇ ਆਏ ਸੀ, ਵੀ ਉਹਨਾਂ ਦੀ ਕੋਈ ਇੰਸ਼ੋਰੈਂਸ ਵਗੈਰਾ ਹੋ ਸਕਦੀ ਜਾਂ ਨਹੀਂ। ਹੁਣ ਤੁਸੀਂ ਦੇਖੋ ਵੀ ਜਿਹੜੇ ਉਹਨਾਂ ਨੂੰ ਮਿਲੇ ਹੋਊਗੇ ਕਰੋਨਾ ਨਾਲ ਹੀ ਉਹ ਪੀੜਤ ਸੀ, ਅਤੇ ਉਹਨਾਂ ਨੂੰ ਵੀ ਕਰੋਨਾ ਹੋਊਗਾ। ਅਤੇ ਇਹ ਵਾਰ-ਵਾਰ ਅਸੀਂ ਦੱਸ ਰਹੇ ਹਾਂ, ਇਹ ਜਿਹੜਾ ਕਰੋਨਾ ਹੈ, ਇਹ ਜਿਹੜਾ ਇੱਥੇ ਕਰੋਨਾ ਲੋਕਾਂ ਨੂੰ ਹੋਇਆ ਉਹ ਨਹੀਂ ਹੈ, ਉਹਦੇ ਨਾਲੋਂ ਕਿਤੇ ਜ਼ਿਆਦਾ ਇਹ ਸਟਰੋਂਗ ਆ। ਇਸੇ ਕਰਕੇ ਯੰਗ ਜਿਹੜੇ ਲੋਕ ਆ 25-25 30-30 ਸਾਲਾਂ ਦੇ, ਉਹਨਾਂ ਦੀ ਵੀ ਵਿਦਿਨ ਡੇਜ਼ 'ਚ ਜਿਹੜੀ ਮੌਤ ਹੋ ਰਹੀ ਹੈਗੀ ਆ। ਸੋ ਪਲੀਜ਼ ਜਿਨ੍ਹਾਂ ਦੇ ਕੋਈ ਵੀ ਰਿਸ਼ਤੇਦਾਰ ਆ ਰਿਹਾ ਆ, ਉਹਨਾਂ ਨੂੰ ਤੁਸੀਂ ਲਿਆ ਕੇ ਇੱਕ ਰੂਮ 'ਚ ਰੱਖੋ 14 ਦਿਨ ਲਈ, ਅਤੇ ਹੋਰ ਕੋਈ ਰਿਸ਼ਤੇਦਾਰ ਮਿਲੋ ਨਾ, ਤਾਂ ਕਿ ਹੋਰਨਾਂ ਨੂੰ ਵੀ ਜਿਹੜਾ ਨਹੀਂ ਤਾਂ ਇਹ ਕਰੋਨਾ ਹੋਊਗਾ। ਇਹ ਬਚਣ ਦੀ ਵੀ ਗੱਲ ਆ, ਅਤੇ ਕਿਸੇ ਨੂੰ ਇਹ ਗੁੱਸਾ ਵੀ ਨਹੀਂ ਕਰਨਾ ਚਾਹੀਦਾ, ਚਾਹੇ ਕੋਈ ਰਿਸ਼ਤੇਦਾਰ ਆ ਵੀ ਰਿਹਾ ਆ ਜਾਂ ਜਿਨ੍ਹਾਂ ਦੇ ਘਰ ਆ ਰਿਹਾ, ਉਹਨਾਂ ਨੂੰ ਵੀ ਇਹ ਪਲੀਜ਼ ਬਹੁਤ ਜਿਹੜੀ ਗੱਲ ਆ ਧਿਆਨ ਰੱਖਣ ਯੋਗ ਗੱਲ ਆ, ਕਿਉਂਕਿ ਆਪਾਂ ਬਹੁਤ ਕੇਅਰਲੈਸ ਹੋ ਜਾਂਦੇ ਆ। ਇਹੀ ਕੁਝ ਇੰਡੀਆ ਦੇ ਵਿੱਚ ਵਾਪਰਿਆ ਕਹਿੰਦੇ ਜੀ। ਬਿਲਕੁਲ, ਇਕੱਲਾ ਕੋਈ ਵਿਜ਼ਟਰ ਤੇ ਨਹੀਂ, ਚਾਹੇ ਜਿਹੜਾ ਕੋਈ ਇੱਥੇ ਦਾ ਸਿਟੀਜ਼ਨ ਵੀ ਆ ਜਾਂ ਗ੍ਰੀਨ ਕਾਰਡ ਹੋਲਡਰ ਆ, ਉਹ ਵੀ ਜਿਹੜਾ ਕੋਈ ਆ ਰਿਹਾ ਉਹ ਖੁਦ ਵੀ ਜਿਨ੍ਹਾਂ ਨੂੰ ਉਹ ਮਿਲਿਆ ਆ ਉਹਨਾਂ ਨੂੰ ਉਹ ਦੱਸ ਵੀ ਦੇਵੇ ਭਾਈ, ਅਤੇ ਨਾਲ ਜਿੱਥੇ ਕੰਮ ਕਰਨ ਦੇ ਲਈ ਮੁੜ ਕੇ ਜਾਣਾ ਆ ਉਹਨਾਂ ਨੂੰ ਵੀ ਭਾਈ ਦੱਸ ਦੇਵੇ। ਇੱਦਾਂ ਹੀ ਅੱਗੇ ਤੋਂ ਪਹਿਲਾਂ ਵੀ ਇੱਦਾਂ ਹੀ ਜਿਹੜਾ ਉਹ ਫੈਲਿਆ ਸੀ ਜ਼ਿਆਦਾ ਤੋਂ ਜ਼ਿਆਦਾ, ਅਤੇ ਅੱਗੇ ਜਿਹੜਾ ਉਹ ਫੈਲ ਸਕਦਾ ਭਾਈ। ਇਸ ਦੇ ਵਿੱਚ ਆਪਣਾ ਅਤੇ ਬਾਕੀਆਂ ਦਾ, ਤੁਹਾਡੇ ਇਰਦ ਗਿਰਦ ਉਹਨਾਂ ਸਾਰੇ ਲੋਕਾਂ ਦਾ ਇਸ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ ਆ। ਸੋ ਜ਼ਰੂਰੀ ਨਹੀਂ ਹੁੰਦਾ, ਜਿੱਦਾਂ ਆਪਾਂ ਪਹਿਲਾਂ ਵੀ ਦੇਖਿਆ ਵੀ ਪਹਿਲੇ 2-3 ਦਿਨਾਂ ਦੇ ਵਿੱਚ ਹੀ ਸਿੰਪਟਮ ਜਿਹੜੇ ਲੱਛਣ ਆਉਂਦੇ, ਕਈ ਦੀ ਲੱਛਣ ਦੇਰੀ ਦੇ ਨਾਲ ਤੁਹਾਡੇ ਉੱਤੇ ਜਿਹੜਾ ਉਹ ਸਾਹਮਣੇ ਆਉਂਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਸ ਮੌਕੇ ਜਿਹੜੀ ਪੁਲਿਸ ਦੇ ਦੁਆਰਾ ਵਰਤੀ ਜਾਂਦੀ ਫੋਰਸ ਆ ਉਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈਗੀ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਪੁਲਿਸ ਦੇ ਦੁਆਰਾ ਜਿਹੜੇ ਕਈ ਥਾਵਾਂ ਦੇ ਉੱਤੇ ਫੋਰਸ ਜਿਹੜੀ ਉਹ ਵਰਤੀ ਜਾਂਦੀ, ਕਈ ਵਾਰੀ ਉਹ ਡੈਡਲੀ ਫੋਰਸ ਹੁੰਦੀ ਆ, ਅਤੇ ਕਈ ਵਾਰੀ ਇਹ ਦਾਅਵਾ ਹੁੰਦਾ ਵੀ ਇਹਨਾਂ ਨੇ ਐਕਸੈਸਿਵ ਫੋਰਸ, ਲੋੜੋਂ ਵੱਧ ਜਿਹੜੀ ਸ਼ਕਤੀ ਆ ਉਹ ਵਰਤੀ ਆ। ਕਹਿੰਦੇ ਜ਼ਿਆਦਾਤਰ ਜਦੋਂ ਪੁਲਿਸ ਵਰਤਦੀ ਆ ਅਤੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਜਿਹੜਾ ਉਹ ਨਹੀਂ ਲਾਉਂਦੇ, ਪਰ ਕਈ ਹੁਣ ਇੱਦਾਂ ਦੇ ਜਿਹੜੇ ਕਹਿੰਦੇ ਵੀ 2 ਇਸ ਟਾਈਮ ਮੌਤਾਂ ਜਿਹੜੀਆਂ ਇਸ ਟਾਈਮ ਸਵਾਲ ਦੇ ਘੇਰੇ ਦੇ ਵਿੱਚ ਹੈਗੀਆਂ। ਇੱਕ ਤਾਂ ਜਿਹੜਾ ਐਡਮ ਟੋਲੀਡੋ ਜਿਹੜਾ 13 ਸਾਲਾਂ ਦਾ ਸੀਗਾ, ਅਤੇ ਸ਼ਿਕਾਗੋ ਦੇ ਵਿੱਚ ਇੱਕ ਮਾਖੀਆ ਬ੍ਰੈਂਟ 16 ਸਾਲਾਂ ਦੀ ਸੀਗੀ, ਜਿਹਦੇ ਹੱਥ ਦੇ ਵਿੱਚ ਚਾਕੂ ਸੀਗਾ, ਅਤੇ ਜਦੋਂ ਪੁਲਿਸ ਨੇ ਗੋਲੀ ਚਲਾਈ ਸੀਗੀ ਕੋਲੰਬਸ ਓਹਾਇਓ ਦੇ ਵਿੱਚ। ਅਤੇ ਇਹਨਾਂ ਦੋਨਾਂ ਮੌਤਾਂ ਤੋਂ ਬਾਅਦ ਦੇ ਵਿੱਚ ਇਹ ਵੀ ਹੁਣ ਇੱਕ ਨਵਾਂ ਸਵਾਲ ਜਿਹੜਾ ਉੱਠ ਰਿਹਾ ਵੀ ਕੀ ਜਿਹੜੇ ਪੁਲਿਸ ਵਾਲੇ ਆ ਵੀ ਇਹ ਬੱਚਿਆਂ ਦੇ ਉੱਤੇ ਵਾਧੂ ਫੋਰਸ ਨਹੀਂ ਜਿਹੜੀ ਉਹ ਵਰਤੋਂ ਕਰ ਰਹੇ। ਕਈ ਜਿਹੜੇ ਨਿਆਣੇ ਆ ਉਹ ਮੂਹਰੇ ਆ ਕੇ ਉਹ ਕਹਿ ਰਹੇ ਆ ਵੀ ਮੈਨੂੰ ਇੱਦਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਈ ਥਾਵਾਂ 'ਤੇ ਕੁੱਟਿਆ ਜਿੱਦਾਂ ਅਸੀਂ ਅਡਲਟ ਜਿਹੜੇ ਉਹ ਹੁੰਦੇ ਆ। ਸੋ ਇਸ ਨੂੰ ਲੈ ਕੇ ਜਿਹੜੇ ਇਸ ਚੀਜ਼ ਦੇ ਵਿਰੋਧ ਦੇ ਵਿੱਚ ਆ, ਪੁਲਿਸ ਦੀ ਜਿਹੜੀ ਵਾਧੂ ਐਕਸੈਸਿਵ ਫੋਰਸ ਜਿਹੜੀ ਵਰਤਣ ਦੇ ਵਿਰੋਧ ਦੇ ਵਿੱਚ, ਉਹ ਕਹਿੰਦੇ ਵੀ ਇਸ ਚੀਜ਼ ਨੂੰ ਜਿਹੜੀ ਤਬਦੀਲ ਕਰਨ ਦੀ ਹੁਣ ਜ਼ਰੂਰਤ ਹੈਗੀ ਆ। ਸੋ ਇੱਕ ਸਭ ਨੂੰ ਯਾਦ ਹੋਣਾ ਆ, ਕਈ ਆਪਾਂ ਵੀਡੀਓ ਸਾਹਮਣੇ ਦੇਖੀਆਂ, ਇੱਕ ਥੋੜ੍ਹਾ ਚਿਰ ਪਹਿਲਾਂ ਹੀ ਆਈ ਸੀ 9 ਸਾਲਾਂ ਦੀ ਬੱਚੀ ਦੇ ਉੱਤੇ ਜਿਹੜਾ ਪੈਪਰ ਸਪਰੇ ਜਿਹੜਾ ਉਹ ਕਰ ਰਹੇ ਸੀਗੇ ਰੋਚੈਸਟਰ ਨਿਊਯਾਰਕ ਦੇ ਵਿੱਚ। ਫਿਰ ਬੇਟਨ ਰੂਜ ਲੂਜ਼ੀਆਨਾ ਦੇ ਵਿੱਚ ਇੱਕ 13 ਸਾਲਾਂ ਦੇ ਮੁੰਡੇ ਨੂੰ ਜਿਹੜਾ ਉਹ ਚੋਕ ਕੀਤਾ ਗਿਆ। 11 ਸਾਲਾਂ ਦੇ ਨਿਆਣੇ ਨੂੰ ਨਿਊ ਮੈਕਸੀਕੋ ਦੇ ਵਿੱਚ ਰੈਸਲ ਕਰਕੇ ਜਿਹੜਾ ਉਹ ਥੱਲੇ ਸਿੱਟਿਆ ਗਿਆ ਸੀ। ਇੱਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਅਤੇ ਐਡਵੋਕੇਟਸੀ ਗਰੁੱਪ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਇੱਦਾਂ ਦੀਆਂ ਚੀਜ਼ਾਂ ਨੂੰ ਘਟਾਉਣ ਦੀ ਜਿਹੜੀ ਉਹ ਜ਼ਰੂਰਤ ਆ, ਅਤੇ ਜਿਹੜੀ ਐਕਸੈਸਿਵ ਫੋਰਸ ਆ, ਯੂਜ਼ ਆਫ ਫੋਰਸ ਜਿਹੜੀ ਖਾਸ ਕਰਕੇ ਬੱਚਿਆਂ ਦੇ ਉੱਤੇ, ਨਾਬਾਲਗ ਦੇ ਉੱਤੇ ਆ, ਉਸ ਨੂੰ ਬੜੇ ਹੀ ਧਿਆਨ ਦੇ ਨਾਲ ਵਰਤਣ ਦੀ ਜ਼ਰੂਰਤ ਹੈਗੀ ਆ।
ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਪਣੇ ਇਲੈਕਸ਼ਨ ਦੇ ਵਿੱਚ ਇੱਕ ਵਾਅਦਾ ਕੀਤਾ ਸੀ ਭਈ ਮੈਂ ਜਿਹੜੀ ਮਿਨੀਮਮ ਵੇਜ ਹੈਗੀ ਆ USA ਦੇ ਵਿੱਚ ਉਹਨੂੰ $15 ਲੈ ਕੇ ਆਊਂਗਾ। ਪਰ ਉਹਨਾਂ ਨੇ ਕੋਸ਼ਿਸ਼ ਕੀਤੀ, ਉਹ ਨਹੀਂ ਹੋ ਸਕਿਆ। ਤੇ ਅੱਜ ਉਹਨਾਂ ਨੇ ਅਨਾਊਂਸ ਕੀਤਾ ਆ ਭਈ ਜਿਹੜੇ ਫੈਡਰਲ ਕੰਟਰੈਕਟਸ ਦੇ ਉੱਤੇ ਕੰਮ ਕਰਦੇ ਹੈਗੇ ਆ ਫੈਡਰਲ ਗਵਰਨਮੈਂਟ ਦੇ ਨਾਲ, ਉਹ ਸਾਰੀਆਂ ਕੰਪਨੀਆਂ ਜਾਂ ਜਿਹੜੇ ਉੱਥੇ EMPLOYEE ਹੈਗੇ ਆ ਉਹਨਾਂ ਦੀ ਜਿਹੜੀ ਮਿਨੀਮਮ ਵੇਜ ਆ ਉਹ $15 ਹੋਊਗੀ 22 ਮਾਰਚ ਦੀ 2022 ਤੱਕ। ਜਿਹੜੀ ਹੁਣ ਕਰੰਟ ਜਿਹੜੀ ਆ ਮਿਨੀਮਮ ਵੇਜ ਫੈਡਰਲ ਕੰਟਰੈਕਟ ਵਰਕਰਸ ਦੀ $10 ਤੇ 95 ਸੈਂਟ ਹੈਗੀ ਆ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ ਤੇ 2014 ਦੇ ਵਿੱਚ $10 ਤੇ 10 ਸੈਂਟ ਹੁੰਦੀ ਸੀ, ਤੇ ਇਹ $10 95 ਸੈਂਟ ਵਧਾਈ ਸੀ। ਉਸ ਤੋਂ ਬਾਅਦ ਹਜੇ ਤੱਕ ਉੱਥੇ ਹੀ ਹੈਗੀ ਆ। ਸੋ ਉਹ ਕਹਿੰਦੇ ਆ ਵੀ ਉਹ $15 ਮਿਨੀਮਮ ਅਗਲੇ ਸਾਲ ਤੱਕ ਹੋ ਜਾਏਗੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਂਝੇ ਜਿਹੜੇ ਸਦਨ ਨੂੰ ਦੋਨਾਂ ਹੀ ਸਦਨਾਂ ਨੂੰ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਸੰਬੋਧਨ ਕਰਨਾ ਆ ਕੁਛ ਹੀ ਜਿਹੜਾ ਉਹ ਦਿਨਾਂ ਦੇ ਵਿੱਚ, ਯਾਨੀ ਕਿ ਕੱਲ੍ਹ ਨੂੰ ਹੀ ਇਨਫੈਕਟ ਵੈਡਨਸਡੇ ਨਾਈਟ ਨੂੰ ਜਿਹੜਾ ਇਹਨਾਂ ਨੇ ਕਰਨਾ ਹੈ ਕਾਂਗਰਸ ਨੂੰ ਸੰਬੋਧਨ। ਉਸ ਦੇ ਵਿੱਚ 200 ਲਾਅ ਮੇਕਰਸ ਹੀ ਜਿਹੜੇ ਆ ਉਹ ਸ਼ਾਮਲ ਹੋ ਸਕਦੇ ਆ। ਉੱਦਾਂ ਦੇਖਿਆ ਜਾਵੇ ਤਾਂ 535 ਜਿਹੜੇ US ਰਿਪਰੈਜ਼ੈਂਟੇਟਿਵਸ ਅਤੇ ਜਿਹੜੇ ਸੈਨੇਟਰਸ ਆ ਉਹ ਮਿਲਾ ਕੇ ਉਹ ਬਣਦੇ ਆ ਦੋਨਾਂ ਸਦਨਾਂ ਨੂੰ ਮਿਲਾ ਕੇ। ਪਰ ਰਾਸ਼ਟਰਪਤੀ ਬਾਈਡਨ ਸਿਰਫ 200 ਜਾਣਿਆਂ ਦੇ ਹੀ ਆਡੀਅੰਸ ਨੂੰ ਕਰਨਗੇ। ਜ਼ਿਆਦਾਤਰ ਜਦੋਂ ਵੀ ਕੈਬਨਿਟ ਲੈਵਲ ਦੀ ਪੋਜੀਸ਼ਨ ਦੇ ਲੋਕ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਅਤੇ ਇਹ ਸਾਰੇ ਜਾਣੇ ਇੱਕੋ ਰੂਮ ਦੇ ਵਿੱਚ ਇਕੱਠੇ ਹੁੰਦੇ ਆ, ਇੱਕ ਡੈਜ਼ੀਗਨੇਟਿਡ ਸਰਵਾਈਵਰ ਜਿਹੜਾ ਉਹ ਰੱਖਿਆ ਜਾਂਦਾ ਆ ਵੀ ਰੱਬ ਨਾ ਕਰੇ ਵੀ ਜੇ ਸਾਰੇ ਕੈਬਨਿਟ ਲੈਵਲ ਦੇ ਰੈਂਕ ਵਾਲੇ ਵਿਦ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਸਾਰੇ ਜਾਣਿਆਂ ਦੀ ਜੇ ਕਿਤੇ ਉੱਥੇ ਕੋਈ ਡਿਜ਼ਾਸਟਰ ਦੇ ਵਿੱਚ ਮੌਤ ਹੋ ਜਾਂਦੀ ਆ ਤਾਂ ਉਹ ਬੰਦਾ ਜਿਹੜਾ ਚੁਣਿਆ ਜਾਂਦਾ ਆ ਵੀ ਉਹ ਫਿਰ ਬਾਅਦ ਦੇ ਵਿੱਚ ਅੱਗੇ ਦੇਖ ਰੇਖ ਨੂੰ ਜਿਹੜਾ ਉਹ ਸਾਂਭੇਗਾ। ਪਰ ਕਿਉਂਕਿ ਇਸ ਵਾਰ 200 ਹੀ ਜਣੇ ਸ਼ਾਮਲ ਹੋਣੇ ਆ ਅਤੇ ਸਾਰੇ ਕੈਬਨਿਟ ਰੈਂਕ ਦੇ ਅਤੇ ਦੂਜੇ ਲੋਕ ਨਹੀਂ ਹੋਣਗੇ, ਸੋ ਇਸ ਲਈ ਇਸ ਵਾਰ ਡੈਜ਼ੀਗਨੇਟਿਡ ਸਰਵਾਈਵਰ ਕਹਿੰਦੇ ਕੋਈ ਵੀ ਨਹੀਂ ਰੱਖਿਆ ਗਿਆ। ਇਹ ਅੱਜ ਜਿਹੜੇ ਪ੍ਰੈਸ ਸਕੱਤਰ ਜੈਨ ਸਾਕੀ ਆ ਉਹਨਾਂ ਨੇ ਪੱਤਰਕਾਰਾਂ ਨੂੰ ਜਿਹੜਾ ਉਹ ਦੱਸਿਆ ਸੀਗਾ। ਸੋ ਬੇਸਿਕਲੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਨੈਂਸੀ ਪਲੋਸੀ ਜਿਹੜੇ ਸਪੀਕਰ ਆ, ਸੈਨੇਟ ਪ੍ਰੈਜ਼ੀਡੈਂਟ ਪ੍ਰੋ ਟੈਂਪੋਰ ਪੈਟਰਿਕ ਲੇਹੀ ਆ ਅਤੇ ਸੈਕਟਰੀ ਆਫ ਸਟੇਟ ਐਂਥਨੀ ਜਿਹੜੇ ਆ ਉਹ ਉੱਥੇ ਮੌਜੂਦ ਹੋਣਗੇ। ਪਰ ਕਈ ਜਿਹੜੇ ਆ ਕੈਬਨਿਟ ਲੈਵਲ ਦੇ ਮੰਤਰੀ ਆ ਉੱਥੇ ਜਿਹੜੇ ਨਹੀਂ ਹੋਣਗੇ। ਅਗਲੀ ਖਬਰ ਵੱਲ ਚੱਲੀਏ ਤੇ ਟੈਕਸਸ ਦੇ ਜਿਹੜੇ ਸ਼ੈਰਿਫ ਹੈਗੇ ਆ ਐਡ ਗੁੰਜ਼ਾਲਸ, ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਕਾਫੀ ਕ੍ਰਿਟਿਕ ਰਹੇ ਹੈਗੇ ਆ, ਉਹਨਾਂ ਨੂੰ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਡਾਇਰੈਕਟਰ ਆਫ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਲਈ ਚੁਣਿਆ ਹੈਗਾ ਆ। ਜਿਹੜੇ ਗੁੰਜ਼ਾਲਸ ਆ ਉਹ ਸ਼ੈਰਿਫ ਹੈਰਿਸ ਕਾਉਂਟੀ ਜਿਹੜੀ ਆ ਜਿੱਥੇ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਆਪਣਾ ਸਿੱਖ ਨੌਜਵਾਨ ਸੰਦੀਪ ਧਾਲੀਵਾਲ ਜਿਹਦੀ ਡੈਥ ਹੋਈ ਸੀ, ਉਹ ਹੈਰਿਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ 'ਚ ਹੀ ਕੰਮ ਕਰਦਾ ਸੀ। ਸੋ ਉਸੇ ਸ਼ੈਰਿਫ ਡਿਪਾਰਟਮੈਂਟ ਦੇ ਇਹ ਇਲੈਕਟਡ ਹੈੱਡ ਸੀਗੇ ਗੁੰਜ਼ਾਲਸ, ਤੇ ਇਹ ਹੁਣ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਡਾਇਰੈਕਟਰ ਹੋਣਗੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਖਬਰ ਇਹ ਆ ਰਹੀ ਆ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਹੁਣ ਮੇ ਬੀ ਜਿਹੜਾ ਸਟੇਟ ਟੈਕਸ ਐਕਸਪੈਂਸ਼ਨ ਬਾਰੇ ਜਿਹੜਾ ਸੋਚ ਰਹੇ ਸੀਗੇ, ਇਹ ਜਿਹੜੀ ਆ ਰਹੀ ਨਵੇਂ ਇਕਨੋਮਿਕ ਪਲਾਨ ਆ ਉਸ ਦੇ ਵਿੱਚ ਉਸ ਨੂੰ ਹੁਣ ਨਹੀਂ ਰੱਖਣਗੇ। ਆਲਦੋ ਉਹਨਾਂ ਨੇ ਇਸ ਨਵੇਂ ਪਲਾਨ ਦੇ ਤਹਿਤ $80 ਬਿਲੀਅਨ ਦੀ ਮੰਗ ਕੀਤੀ ਆ ਵੀ IRS ਆ ਉਸ ਨੂੰ ਜਿਹੜਾ ਹੋਰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਜਿਹੜੇ ਆਡਿਟਸ ਆ ਖਾਸ ਕਰਕੇ ਜਿਹੜੇ ਅਮੀਰ ਲੋਕ ਨੇ, ਹਾਈ ਅਰਨਰਸ ਆ, ਉਹਨਾਂ ਦੇ ਜਿਹੜੇ ਉਹ ਕਿਤੇ ਜਾ ਸਕਣ। ਸੋ ਉਹਨਾਂ ਨੂੰ ਦੇਖ ਰਿਹਾ ਆ ਵੀ ਜਿਹੜਾ ਰਾਈਟ ਨਾਓ ਪੁਸ਼ਬੈਕ ਉਹਨਾਂ ਨੂੰ ਕਾਫੀ ਜ਼ਿਆਦਾ ਮਿਲ ਰਿਹਾ ਵੀ ਜਿਹੜੇ ਟੈਕਸ ਵਧਾਉਣ ਦੀ ਚਰਚਾ ਆ ਉਹਨਾਂ ਦੇ ਦੁਆਰਾ ਛੇੜੀ ਗਈ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਸ਼ਿਕਾਗੋ ਦੀ ਸਿਟੀ ਦੀ ਸਰਕਾਰ ਹੈਗੀ ਆ ਉਹ ਵੈਕਸ ਪਾਸ, ਜਿਹੜਾ ਵੈਕਸੀਨ ਜਿਨ੍ਹਾਂ ਨੇ ਲਵਾਇਆ ਹੋਇਆ ਆ ਉਹਨਾਂ ਨੂੰ ਇੱਕ ਤਰ੍ਹਾਂ ਦਾ ਪਾਸਪੋਰਟ, ਜਿਹੜਾ ਆਪਾਂ ਗੱਲ ਕਰਦੇ ਸੀ ਵੈਕਸ ਪਾਸ, ਉਹ ਦੇਣ ਦੀ ਸੋਚ ਰਹੀ ਹੈਗੀ ਆ। ਕਹਿੰਦੇ ਵੀ ਸ਼ਿਕਾਗੋ ਦੇ ਵਿੱਚ ਜਦੋਂ ਵੀ ਕੰਸਰਟ ਜਾਂ ਹੋਰ ਵੱਡੀਆਂ ਈਵੈਂਟਸ ਹੋਣਗੀਆਂ ਤੇ ਲੋਕਾਂ ਨੂੰ ਇਹ ਜਿਹੜਾ ਪਾਸ ਆ ਇਹ ਫਿਰ ਦਿਖਾਉਣਾ ਪਊਗਾ, ਪਰ ਇਹ ਉਹਨਾਂ ਨੂੰ ਹੀ ਪਹਿਲਾਂ ਪਾਸ ਮਿਲੂਗਾ ਜਿਨ੍ਹਾਂ ਨੇ ਵੈਕਸੀਨੇਸ਼ਨ ਲਵਾ ਲਏ ਹੈਗੇ ਆ। ਜੀ। ਪੈਂਟਾਗਨ ਦੀ ਟੌਪ ਦੀ ਪਾਲਿਸੀ ਜੌਬ ਦੇ ਲਈ ਕੋਲਿਨ ਕਾਲ ਜਿਹੜੇ ਆ ਉਸ ਨੂੰ ਅੱਜ ਸੈਨੇਟ ਨੇ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਇਹ ਜਿਹੜੇ ਅੰਡਰ ਸੈਕਟਰੀ ਆਫ ਡਿਫੈਂਸ ਫਾਰ ਪਾਲਿਸੀ ਜਿਹੜੇ ਉਹ ਹੋਣਗੇ, 45 ਦੇ ਮੁਕਾਬਲੇ 49 ਵੋਟਾਂ ਦੇ ਨਾਲ ਸੈਨੇਟ ਨੇ
ਇਹਨਾਂ ਨੂੰ ਜਿਹੜੀ ਉਹ ਮਨਜ਼ੂਰੀ ਦਿੱਤੀ ਆ। ਇਹ ਤੀਜੇ ਬਾਈਡਨ ਪੈਂਟਾਗਨ ਨੋਮਨੀ ਆ ਜਿਨ੍ਹਾਂ ਨੂੰ ਸੈਨੇਟ ਦੀ ਅਪਰੂਵਲ ਜਿਹੜੀ ਆ ਹੁਣ ਤੱਕ ਮਿਲੀ ਹੈਗੀ ਆ। ਰਿਪਬਲਿਕਨਸ ਨੇ ਲਗਾਤਾਰ ਇਸ ਦਾ ਜਿਹੜਾ ਆ ਬੰਦੇ ਦਾ ਜਿਹੜਾ ਵਿਰੋਧ ਕੀਤਾ ਸੀ, ਖਾਸ ਕਰਕੇ ਜਿਹੜੇ ਇਸ ਦੀਆਂ ਮਿਡਲ ਈਸਟ ਪਾਲਿਸੀਜ਼ ਆ ਉਸ ਨੂੰ ਲੈ ਕੇ। ਇਹ ਜਿਹੜੇ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਉਹ ਰਹੇ ਸੀਗੇ ਵਾਈਸ ਪ੍ਰੈਜ਼ੀਡੈਂਟ ਨੂੰ, ਜਿਹੜੇ ਹੁਣ ਪ੍ਰੈਜ਼ੀਡੈਂਟ ਨੇ ਜੋ ਬਾਈਡਨ, ਓਬਾਮਾ ਦੇ ਜਿਹੜੇ ਆ ਕਾਰਜਕਾਲ ਆ ਉਸ ਦੇ ਦੌਰਾਨ। ਅਤੇ ਇਸ ਦੇ ਪੁਰਾਣੀਆਂ ਜਿਹੜੀਆਂ ਟਵੀਟਸ ਆ ਉਹ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ, ਪਰ ਉਸ ਦੇ ਬਾਵਜੂਦ ਜਿਹੜੇ ਆ ਇਹਨਾਂ ਨੂੰ ਮਨਜ਼ੂਰੀ ਆ ਉਹ ਸੈਨੇਟ ਦੇ ਵੱਲੋਂ ਦੇ ਦਿੱਤੀ ਗਈ। ਜੀ, ਅਗਲੀ ਖਬਰ ਜਿਹੜੀ ਫਲੋਰੀਡਾ ਤੋਂ ਆ ਰਹੀ ਹੈ, ਜਿੱਥੇ ਕਿ ਫਲੋਰੀਡਾ ਦੇ ਵਿੱਚ ਪੈਸਟ ਕੰਟਰੋਲ ਟਰਾਇਲ ਜਿਹੜਾ ਆ ਹੋਣ ਜਾ ਰਿਹਾ, ਜਿਹਦੇ ਮੁਤਾਬਕ 1 ਬਿਲੀਅਨ ਜੈਨੇਟਿਕਲੀ ਇੰਜੀਨੀਅਰਡ ਜਿਹੜੇ ਮੋਸਕੀਟੋਜ਼ ਹੈਗੇ ਆ ਉਹਨਾਂ ਨੂੰ ਛੱਡਿਆ ਜਾਊਗਾ, ਕਿਉਂਕਿ ਫਲੋਰੀਡਾ ਦੇ ਵਿੱਚ ਕਹਿੰਦੇ ਪਈ ਇੱਕ ਇੱਦਾਂ ਦੀਆਂ ਸਪੀਸੀਜ਼ ਮੋਸਕੀਟੋਜ਼ ਦੀਆਂ ਜਿਹੜੀਆਂ ਐਡੇਸ ਐਗੀਪਟੀ ਕਰਕੇ ਨਾਮ ਆ ਉਹਦਾ, ਉਹ ਪਹੁੰਚ ਗਈਆਂ ਆ ਬ੍ਰਾਜ਼ੀਲ ਤੋਂ, ਜਿਹੜੀਆਂ ਕਿ ਜ਼ੀਕਾ ਨਾਮ ਦੀ ਬਿਮਾਰੀ ਆ ਉਸ ਨੂੰ ਕੈਰੀ ਕਰਦੀਆਂ। ਪਰ ਇਹ ਜਿਹੜਾ ਹੁਣ ਜੈਨੇਟਿਕਲੀ ਇੰਜੀਨੀਅਰਡ ਜਿਹੜੇ ਮੱਛਰ ਬਣਾਏ ਗਏ ਆ, ਇਹ ਜਦੋਂ ਉਹ ਮੱਛਰਾਂ ਦੇ ਨਾਲ ਮਿਲਣਗੇ ਤੇ ਉਹਨਾਂ ਦਾ ਜਿਹੜਾ ਖਾਤਮਾ ਕਹਿੰਦੇ ਵੀ ਹੋ ਜਾਊਗਾ। ਪਰ ਉਸ ਨੂੰ ਦੇਖਦੇ ਹੋਏ ਲੋਕ ਜਿਹੜੇ ਆ ਇਸ ਗੱਲ ਦਾ ਵਿਰੋਧ ਕਰ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਟੈਰਰਿਜ਼ਮ ਹੋ ਰਿਹਾ ਹੈਗਾ, ਬਾਇਓ ਟੈਰਰਿਜ਼ਮ ਜਿਹੜੀ ਆ ਸਰਕਾਰ ਉਹ ਫੈਲਾ ਰਹੀ ਹੈਗੀ ਆ। ਜੀ, ਸੋ ਅੱਜ ਕਹਿੰਦੇ ਆ ਵੀ 4 ਕੈਲੀਫੋਰਨੀਆ ਦੀਆਂ ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੀਆਂ ਜਿਹੜੀਆਂ ਕੋਵਿਡ ਰੈਸਟ੍ਰਿਕਸ਼ਨਸ ਆ ਉਸ ਦੇ ਵਿੱਚ ਕਟੌਤੀ ਜਿਹੜੀ ਆ ਉਹ ਹੋਈ ਆ। ਇਹ ਹੁਣ ਯੈਲੋ ਟੀਅਰ ਦੇ ਵਿੱਚ ਉਹ ਆ ਗਈਆਂ। ਸੋ ਯੈਲੋ ਟੀਅਰ ਬੇਸਿਕਲੀ ਉਹ ਹੁੰਦਾ ਆ ਜਿੱਥੇ ਮਿਨੀਮਲ ਰੈਸਟ੍ਰਿਕਸ਼ਨਸ ਜਿਹੜੀਆਂ ਹੁੰਦੀਆਂ ਆ। ਮੈਂਡੋਸੀਨੋ, ਗਲੈਨ, ਸਟਰ, ਐਮਾਡੋਰ ਜਿਹੜੀਆਂ ਆ ਇਹ ਮੈਂਡੋਸੀਨੋ ਯੈਲੋ 'ਚ ਆ ਗਈ ਆ। ਗਲੈਨ, ਸਟਰ ਅਤੇ ਐਮਾਡੋਰ ਜਿਹੜੀ ਆ ਉਹ ਔਰੇਂਜ ਕਾਊਂਟੀ ਦੇ ਵਿੱਚ ਆ ਗਈ ਆ। ਸੋ ਬੇ ਏਰੀਆ ਦੇ ਵਿੱਚ ਜਿਹੜੀ ਸਲਾਨੋ ਕਾਉਂਟੀ ਉਹ ਅਜੇ ਵੀ ਰੈੱਡ ਟੀਅਰ, ਜਿੱਥੇ ਸਬਸਟੈਂਸ਼ੀਅਲ ਰਿਸਕ ਜਿਹੜਾ ਸਭ ਤੋਂ ਵੱਧ ਜਿਹੜਾ ਆ ਉਹ ਮੰਨਿਆ ਗਿਆ ਹੈਗਾ ਆ। ਬਾਕੀ ਜਿਹੜੀਆਂ ਬੇ ਏਰੀਆ ਦੀਆਂ ਕਾਉਂਟੀਜ਼ ਆ ਉਹ ਵੀ ਅਜੇ ਔਰੇਂਜ ਕਾਉਂਟੀਜ਼ ਦੇ ਔਰੇਂਜ ਟੀਅਰ ਦੇ ਵਿੱਚ ਹੀ ਜਿਹੜੀਆਂ ਉਹ ਰੱਖੀਆਂ ਗਈਆਂ ਨੇ। ਪਰ ਇਹ 15 ਜੂਨ ਤੋਂ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰਾ ਕੁਛ ਜਿਹੜਾ ਆ ਉਹ ਓਪਨ ਕਰਨ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ। ਉੱਧਰ ਅੱਜ CDC ਨੇ ਵੀ ਰਿਕਮੈਂਡੇਸ਼ਨ ਜਿਹੜੀਆਂ ਉਹ ਦੇ ਦਿੱਤੀਆਂ ਆ ਵੀ ਜਿਹੜੇ ਫੁੱਲੀ ਵੈਕਸੀਨੇਟ ਹੋ ਚੁੱਕੇ ਨੇ ਅਮੈਰੀਕਨਜ਼, ਉਹ ਬਾਹਰ ਜਿਹੜੇ ਆ ਜਿੱਥੇ ਘੱਟ ਭੀੜ ਹੈਗੀ ਆ ਉਹ ਬਾਹਰ ਜਿਹੜੇ ਆ ਮਾਸਕ ਤੋਂ ਬਗੈਰ ਜਿਹੜੇ ਉਹ ਆ ਜਾ ਸਕਦੇ ਆ। ਇਹ ਰਿਕਮੈਂਡੇਸ਼ਨ ਆਉਣ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਸਾਡੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਮਾਸਕ ਦੇ ਨਾਲ ਹੀ ਜਿਹੜੇ ਆ ਕਹਿੰਦੇ ਦੇਖੇ ਗਏ, ਜਿਸ ਦਾ ਕਈ ਜਿਹੜੇ ਨਿਊਜ਼ ਆਊਟਲੈਟਸ ਆ ਉਹਨਾਂ ਨੇ ਨੋਟਿਸ ਲਿਆ। ਜੀ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, CDC ਨੇ ਹੁਣ ਨਵੀਆਂ ਜਿਹੜੀਆਂ ਗਾਈਡਲਾਈਨਸ ਇਸ਼ੂ ਕਰ ਦਿੱਤੀਆਂ, ਜਿਨ੍ਹਾਂ ਦੇ ਮੁਤਾਬਕ ਜੇ ਤੁਹਾਡੇ ਦੋਨੋਂ ਹੀ ਵੈਕਸੀਨ ਲੱਗ ਗਏ ਹੈਗੇ ਆ, ਪਹਿਲਾ ਅਤੇ ਦੂਸਰਾ, ਜੇ ਤੁਸੀਂ ਮੋਡਰਨਾ ਅਤੇ ਫਾਈਜ਼ਰ ਦਾ ਲਵਾਇਆ ਆ, ਅਤੇ ਜਾਂ ਤੁਸੀਂ ਜਿਹੜਾ ਤੀਸਰਾ ਜੌਨਸਨ ਐਂਡ ਜੌਨਸਨ ਦਾ ਇੱਕ ਟੀਕਾ ਲਵਾਇਆ ਹੈਗਾ ਆ, ਅਤੇ ਫਿਰ ਤੁਹਾਨੂੰ ਜਦੋਂ ਤੁਸੀਂ ਬਾਹਰ ਘੁੰਮਣ ਫਿਰਨ ਜਾਂਦੇ ਹੈਗੇ ਆ ਅਤੇ ਉਸ ਟਾਈਮ ਪਾਰਕ 'ਚ ਜਾਂਦੇ ਆ, ਵਾਕ ਕਰਨ ਜਾਂਦੇ ਆ, ਮਾਸਕ ਪਾਉਣ ਦੀ ਜ਼ਰੂਰਤ ਨਹੀਂ। ਇਸੇ ਤਰ੍ਹਾਂ ਜੇ ਤੁਸੀਂ ਪਰਿਵਾਰ ਦੇ ਵਿੱਚ ਕੁਛ ਤੁਹਾਡੇ ਦੋਸਤ ਮਿੱਤਰ ਇਕੱਠੇ ਹੈਗੇ ਆ, ਕੁਛ ਪਾਰਟੀ ਕਰਦੇ ਆ ਛੋਟੇ ਲੈਵਲ 'ਤੇ, ਤਦ ਵੀ ਤੁਹਾਨੂੰ ਜਿਹੜੀ ਆ ਉਹ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਜੀ, ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਜਿਹੜੇ ਸੈਂਸਸ ਦਾ ਨਵਾਂ ਡਾਟਾ ਰਿਲੀਜ਼ ਹੋਇਆ, ਜਿਸ ਦੇ ਵਿੱਚ ਜਿਹੜੇ 99 ਲੋਕਾਂ ਦੀ ਘੱਟ ਗਿਣਤੀ ਕਰਕੇ ਇੱਕ ਜਿਹੜੀ 27ਵੀਂ ਸੀਟ ਆਪਣੀ ਉਹ ਲੂਜ਼ ਕਰ ਰਹੇ ਆ, ਉਸ ਸੀਟ ਨੂੰ ਬਰਕਰਾਰ ਰੱਖਣ ਦੇ ਲਈ ਕਹਿੰਦੇ ਵੀ ਉਹ ਅਦਾਲਤਾਂ ਦਾ ਦਰਵਾਜ਼ਾ ਜਿਹੜਾ ਉਹ ਖਟਖਟਾਉਣਗੇ। ਕਹਿੰਦੇ ਐਕਸਪੀਰੀਅੰਸ ਤੋਂ ਜੇ ਦੇਖਿਆ ਜਾਵੇ ਸੈਂਸਸ ਦੇ ਇਸ ਕਾਊਂਟ ਦੇ ਵਿੱਚ ਜਿਹੜੇ 99 ਲੋਕ ਲੱਭਣੇ ਵੀ ਬੜੇ ਔਖੇ ਹੋਣਗੇ। ਗਵਰਨਰ ਨੇ ਕਿਹਾ ਵੀ ਮੈਨੂੰ ਜੇ ਤੁਸੀਂ ਪੁੱਛਦੇ ਹੋ ਵੀ ਕੀ ਇਹ ਕਾਊਂਟ ਬਿਲਕੁਲ ਐਕੂਰੇਟ ਸੀਗਾ, ਅਤੇ ਮੈਂ ਕਹਿੰਦਾ ਵੀ ਉਹ ਕਹਿੰਦੇ ਵੀ ਨਹੀਂ ਸੀਗਾ। ਸੋ ਪਰ ਐਕਸਪੀਰੀਅੰਸ ਦੇ ਵਿੱਚ ਕੁਛ ਹੋਰ ਜਿਹੜਾ ਉਹ ਦੇਖਣ ਨੂੰ ਆਉਂਦਾ ਹੈ। ਕਹਿੰਦੇ ਵੀ ਪਹਿਲੀ ਵਾਰੀ ਹੋਊਗਾ ਨਿਊਯਾਰਕ ਨੇ ਸੈਂਸਸ ਦੇ ਕਾਊਂਟ ਦੇ ਉੱਤੇ ਜਿਹੜੇ ਉਹ ਸਵਾਲ ਜਿਹੜੇ ਉਹ ਚੁੱਕੇ ਹੈਗੇ ਆ। ਉਹ ਉੱਦਾਂ ਕਹਿੰਦੇ ਆ ਵੀ ਅੰਡਰ ਕਾਊਂਟਿੰਗ ਨੂੰ ਲੈ ਕੇ ਜਿਹੜਾ ਆ ਸੈਂਸਸ ਨੂੰ ਨਿਊਯਾਰਕ ਨੇ ਜਿਹੜਾ ਕਈ ਵਾਰੀ ਉੱਦਾਂ ਵੈਸੇ ਪਹਿਲੋਂ ਵੀ ਜਿਹੜਾ ਉਹ ਚੈਲੰਜ ਕੀਤਾ ਸੀਗਾ, ਜਿਸ ਨੂੰ ਸੁਪਰੀਮ ਕੋਰਟ ਨੇ ਜਿਹੜਾ ਉਹ ਪਹਿਲੋਂ ਰੱਦ ਕਰਦੇ ਰਹੇ ਆ। ਸੋ ਹੁਣ ਦੇਖਦੇ ਹਾਂ ਇਸ ਦੇ ਵਿੱਚ ਅੱਗੇ ਕੀ ਬਣਦਾ ਹੈ। ਕਾਂਗਰਸ ਦੇ ਵਿੱਚ ਕਾਂਗਰਸ ਨੇ ਇਹ ਜਿਹੜੀ ਪਾਵਰ ਆ ਕਾਮਰਸ ਡਿਪਾਰਟਮੈਂਟ ਨੂੰ ਜਿਹੜੀ ਉਹ ਦਿੱਤੀ ਹੋਈ ਆ ਵੀ ਕਿੱਦਾਂ ਲੋਕਾਂ ਦੀ ਜਿਹੜੀ ਮਰਦਮਸ਼ੁਮਾਰੀ ਆ ਉਹ ਕਰਨੀ ਆ। ਸੋ ਲੈਟਸ ਸੀ ਜੇ ਇਹਨਾਂ ਨੂੰ ਕੋਈ ਰਾਹ ਲੱਭਦਾ ਆਪਣੀ 27ਵੀਂ ਸੀਟ ਬਚਾਉਣ ਦਾ ਕਿ ਨਹੀਂ। ਇਸੇ ਤਰੀਕੇ ਨਾਲ ਕੈਲੀਫੋਰਨੀਆ ਵਾਲੇ ਵੀ ਰੋਂਦੇ ਆ ਵੀ ਇੱਕ ਸੀਟ ਜਿਹੜੀ ਆ ਉਹ ਸਾਡੀ ਵੀ ਲੂਜ਼
ਲੂਜ਼ ਹੋ ਗਈ ਆ। ਟੈਕਸਸ ਵਾਲੇ ਇਸ ਗੱਲੋਂ ਖੁਸ਼ ਆ ਵੀ ਉਹਨਾਂ ਨੂੰ ਜਿਹੜੀਆਂ 2 ਕਾਂਗਰੈਸ਼ਨਲ ਸੀਟਾਂ ਜਿਹੜੀਆਂ ਇਸ ਦੇ ਵਿੱਚ ਵਾਧਾ ਹੋਇਆ ਆ। ਅਗਲੀ ਖਬਰ 'ਤੇ ਚੱਲੀਏ। ਜਿਹੜਾ ਕੈਪੀਟਲ ਹਿੱਲ ਦੇ ਉੱਤੇ ਜਦੋਂ ਰਾਇਟਸ ਹੋਏ ਸੀਗੇ, ਉਸ ਟਾਈਮ ਦੇ ਉੱਤੇ ਜਿਹੜੀ ਹਾਊਸ ਸਪੀਕਰ ਨੈਂਸੀ ਪਲੋਸੀ ਆ, ਉਹਦੇ ਆਫਿਸ ਦੇ ਵਿੱਚ ਇੱਕ 60 ਸਾਲਾਂ ਦਾ ਰਿਚਰਡ ਬਰਨੇਟ ਨਾਮ ਦਾ ਬੰਦਾ, ਉਹ ਇੱਕ ਚੇਅਰ 'ਤੇ ਬੈਠ ਕੇ ਉਸਨੇ ਆਪਣਾ ਜਿਹੜਾ ਪੈਰ ਆ ਉਹ ਨੈਂਸੀ ਪਲੋਸੀ ਦੇ ਡੈਸਕ ਦੇ ਉੱਤੇ ਰੱਖਿਆ ਹੋਇਆ ਸੀ। ਸੋ 4 ਮਹੀਨਿਆਂ ਤੋਂ ਉਹ ਜੇਲ੍ਹ 'ਚ ਸੀ। ਅੱਜ ਉਸ ਨੂੰ ਜਿਹੜੀ ਆ ਜੇਲ੍ਹ ਦੇ ਵਿੱਚੋਂ ਜਿਹੜੀ ਆ ਬੇਲ ਮਿਲ ਗਈ ਹੈਗੀ ਆ। US ਡਿਸਟ੍ਰਿਕਟ ਕੋਰਟ ਦੇ ਜੱਜ ਕ੍ਰਿਸਟੋਫਰ ਕੂਪਰ ਨੇ ਇਹ ਕਿਹਾ ਹੈ ਵੀ ਉਹ ਸੁਸਾਇਟੀ ਨੂੰ ਕਿਸੇ ਤਰ੍ਹਾਂ ਦੇ ਨਾਲ ਡੇਂਜਰ ਨਹੀਂ ਹੈ ਇਸ ਨੂੰ ਛੱਡਣ ਦੇ ਲਈ। ਤੇ ਸਮਾਂ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ, ਪਰ ਨਾਲ ਹੀ ਦੱਸ ਜੀਏ US ਦੀ ਜਿਹੜੀ ਨੇਵੀ ਆ ਉਹਨਾਂ ਦੇ ਅੱਜ ਇਰਾਨੀਅਨ ਮਿਲਟਰੀ ਬੋਟਸ ਆ ਨਦਰਨ ਪਰਸ਼ੀਅਨ ਗਲਫ ਦੇ ਵਿੱਚ ਉਹਨਾਂ ਨੂੰ ਵਾਰਨਿੰਗ ਸ਼ਾਟਸ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਉਹ ਫਾਇਰ ਕੀਤੇ ਸੀਗੇ। ਸੋ ਆਲਰੇਡੀ ਅਮਰੀਕਾ ਅਤੇ ਈਰਾਨ ਦੇ ਵਿੱਚ ਇੱਦਾਂ ਦੀ ਜਿਹੜੀ ਤਲਖੀ ਆ ਉਹ ਵਧੀ ਆ। ਕਹਿੰਦੇ ਵੀ ਪਿਛਲੇ 4 ਸਾਲਾਂ 'ਚ ਪਹਿਲੀ ਵਾਰੀ ਇਹ ਜਿਹੜੀ ਪਹਿਲੀ ਐਸਕਲੇਸ਼ਨ ਜਿਹੜੀ ਉਹ ਦੇਖੀ ਗਈ ਆ। ਪੈਂਟਾਗਨ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਇਹ ਦਿੱਤੀ ਹੈਗੀ ਆ। ਸੋ ਇਰਾਨੀਅਨ ਵੈਸਲਸ ਕਹਿੰਦੇ ਵੀ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ ਉਹਨਾਂ ਨੇ ਇੱਦਾਂ ਦੀ US ਸ਼ਿਪਸ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜਾ ਕਹਿੰਦੇ ਇੰਸੀਡੈਂਟ ਇਹ ਹੋਇਆ ਆ ਅਤੇ ਇਹ ਜਿਹੜੀਆਂ ਇਰਾਨੀਅਨ ਰੈਵੋਲਿਊਸ਼ਨਰੀ ਗਾਰਡਸ ਕਾਰਪ ਆ ਉਹਨਾਂ ਦੀ ਨੇਵੀ ਦੀਆਂ ਜਿਹੜੀਆਂ ਸ਼ਿਪਸ ਸੀ, ਜਿਸ ਦੀ ਜਵਾਬੀ ਕਾਰਵਾਈ ਜਿਹੜੀ ਆ ਉਹ ਕਰਦੇ ਹੋਏ ਇਹਨਾਂ ਨੇ ਉਹਨਾਂ ਦੇ ਉੱਤੇ ਡਰਾਉਣ ਦੇ ਲਈ ਇੱਕ ਹਿਸਾਬ ਦੇ ਨਾਲ ਜਾਂ ਉਹਨਾਂ ਨੂੰ ਚੇਤਾਵਨੀ ਦੇਣ ਦੇ ਲਈ ਜਿਹੜੀ ਆ ਉਹ ਫਾਇਰ ਕੀਤੇ ਸੀਗੇ। ਜੀ ਸੋ ਬਿਲਕੁਲ। ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਕਰੀਏ। ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨਸ ਤਕਰੀਬਨ ਬਰਾਬਰ ਰਿਹਾ, ਸਿਰਫ 3 ਪੁਆਇੰਟ ਅੱਜ ਜਿਹੜਾ ਉੱਤੇ ਗਿਆ 33,900 ਤੇ 85 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਤੇ 48 ਪੁਆਇੰਟਾਂ ਦੀ ਗਿਰਾਵਟ ਹੋਈ, 14,090 ਦੇ ਉੱਤੇ ਬੰਦ ਹੋਇਆ। S&P ਵੀ ਬਰਾਬਰ ਹੀ ਰਿਹਾ, 1 ਪੁਆਇੰਟ ਡਿੱਗਾ 4100 ਤੇ 86 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਟ੍ਰੈਜਰੀ ਬੌਂਡ ਦੀ ਯੀਲਡ 1.62% ਰਹੀ ਅਤੇ ਸੋਨੇ ਦਾ ਭਾਅ $1,771 ਪ੍ਰਤੀ ਆਊਂਸ ਰਿਹਾ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਹੈਗੀ ਆ। ਇਸੇ ਤਰ੍ਹਾਂ ਇੱਕ US ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 58 ਪੈਸੇ ਦੇ ਬਰਾਬਰ ਰਹੀ ਹੈ। ਜੀ ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।